ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਪ੍ਰੋਗਰਾਮ ਮੁੱਦਾ ਲੈ ਕੇ ਮੈਂ ਹਾਜ਼ਰ ਹਾਂ। ਅੱਜ ਐਤਵਾਰ ਹੈ ਔਰ ਐਤਵਾਰ ਜਿਹੜਾ ਹੈ ਉਹ ਮੋਹਿਤ ਜਿਹੜਾ ਛੁੱਟੀ ਤੇ ਹੁੰਦਾ ਹੈ, ਸੋ ਮੁੱਦਾ ਮੈਂ ਇਕੱਲਿਆਂ ਕਰਦਾ ਹਾਂ। ਮੁੱਦਾ ਕਰਨ ਤੋਂ ਪਹਿਲਾਂ ਜਦੋਂ ਮੈਂ ਅੱਜ ਅਖਬਾਰਾਂ ਫਰੋਲ ਲਿਆ ਸੀਗਾ ਤੇ ਸਭ ਤੋਂ ਵੱਡੀ ਜਿਹੜੀ ਖਬਰ ਹੈ ਉਹ ਤੇ ਕੁਝ ਹੋਰ ਹੋਵੇ, ਪਰ ਇਹ ਜਿਹੜੀ ਖਬਰ ਹੈ ਮੈਨੂੰ ਲੱਗਿਆ ਕਿ ਤੁਹਾਡੇ ਨਾਲ ਸਾਂਝੀ ਕਰਨੀ ਬਹੁਤ ਜ਼ਰੂਰੀ ਹੈ। ਖਬਰ ਜਿਹੜੀ ਹੈ ਉਹ ਤੁਹਾਨੂੰ ਮੈਂ ਇੱਦਾਂ ਹੀ ਪੜ੍ਹ ਕੇ ਸੁਣਾਉਣਾ ਹੈ। ਕਾਰੋਬਾਰੀ ਵੱਲੋਂ ਪਰਿਵਾਰ ਨੂੰ ਗੋਲੀਆਂ ਮਾਰ ਕੇ ਖੁਦਕੁਸ਼ੀ। ਇੱਥੋਂ ਦੇ ਨਾਰਾਇਣ ਨਗਰ 'ਚ ਸ਼ਨੀਚਰਵਾਰ ਤੜਕੇ 4 ਵਜੇ ਇਹ ਗੱਲਬਾਤ ਹੁੰਦੀ ਹੈ। ਫਰੀਦਕੋਟ ਦਾ ਇਲਾਕਾ ਹੈ, ਉੱਥੇ ਦਾ ਇਹ ਨਾਰਾਇਣਗੜ੍ਹ ਜਿਹੜਾ ਇਲਾਕਾ ਹੈ ਉਹ ਫਰੀਦਕੋਟ ਦਾ ਹੈ। ਇੱਕ ਕਾਰੋਬਾਰੀ ਜਿਹੜਾ ਹੈ ਉਹ ਆਪਣੀਆਂ ਕਾਰੋਬਾਰੀ ਪਰੇਸ਼ਾਨੀਆਂ ਕਰਕੇ ਤੰਗ ਆ ਕੇ ਸਵੇਰ ਨੂੰ ਤੜਕੇ ਉੱਠਦਾ ਹੈ, ਆਪਣੀ ਘਰਵਾਲੀ ਨੂੰ ਗੋਲੀ ਮਾਰਦਾ ਹੈ। ਉਹਦੇ ਨਾਲ ਹੀ ਜਿਹੜਾ ਹੈ ਉਹ ਆਪਣੇ 3 ਸਾਲਾ ਬੇਟੇ ਨੂੰ ਵੀ ਗੋਲੀ ਮਾਰਦਾ ਹੈ ਅਤੇ 2 ਸਾਲਾ ਬੇਟੀ ਜਸਵੀਰ ਨੂੰ ਵੀ ਗੋਲੀ ਮਾਰਦਾ। ਘਰ ਵਾਲੀ ਨੂੰ ਵੀ ਗੋਲੀ ਮਾਰ ਦਿੰਦਾ ਹੈ ਅਤੇ ਫਿਰ ਆਪ ਵੀ ਗੋਲੀ ਮਾਰ ਲੈਂਦਾ ਆਪਣੇ ਆਪ ਨੂੰ। ਮਜਬੂਰੀਆਂ ਕਿੰਨੀਆਂ ਵੀ ਹੋਣ, ਗੋਲੀ ਜਾਂ ਮਰਨ ਦੇ ਨਾਲ ਉਹ ਕਦੇ ਨਹੀਂ ਮੁੱਕਦੀਆਂ। ਇਹ ਬਹੁਤ ਵੱਡੀ ਜੀਵਨ ਦੀ ਸੱਚਾਈ ਹੈ। ਫਿਲਹਾਲ ਇਸ ਘਟਨਾ ਦੇ ਵਿੱਚ ਉਹ ਆਪ ਤਾਂ ਮਰ ਗਿਆ, ਉਹਦੀ ਬੱਚੀ ਅਤੇ ਬੱਚਾ ਵੀ ਮਰ ਗਏ। ਵਾਈਫ ਜਿਹੜੀ ਹੈ, ਉਹਦੀ ਘਰ ਵਾਲੀ ਜਿਹੜੀ ਹੈ ਉਹ ਗੰਭੀਰ ਤੌਰ 'ਤੇ ਜ਼ਖਮੀ ਹੈ। ਬਚ ਵੀ ਜਾਊਗੀ ਅਤੇ ਜੇ ਬਚ ਗਈ ਤਾਂ ਸ਼ਾਇਦ ਉਹ ਸਾਰੀ ਉਮਰ ਨਹੀਂ ਭੁੱਲ ਸਕਦੀ ਉਹਦਾ ਭਰਿਆ ਪਰਿਵਾਰ ਜਿਹੜਾ ਉੱਜੜ ਕੇ ਚਲਾ ਗਿਆ। ਮੌਤ ਕਿਸੇ ਮਸਲੇ ਦਾ ਵੀ ਹੱਲ ਨਹੀਂ ਹੁੰਦਾ, ਚਾਹੇ ਉਹ ਕਿਸੇ ਤਰੀਕੇ ਦੇ ਨਾਲ ਵੀ ਅਸੀਂ ਕਰ ਲਈਏ। ਜਿੱਦਣ ਕੁਦਰਤੀ ਤੌਰ 'ਤੇ ਆ ਕੇ ਸਾਨੂੰ ਵੱਜੀ, ਉਦਣ ਤਾਂ ਉਹ ਆਉਣੀ ਹੈ। ਜੇ ਆਪਣੀ ਜੀਵਨ ਲੀਲਾ ਅਸੀਂ ਆਮ ਮੁਕਾ ਲਈਏ, ਦੁਨੀਆ ਦੀਆਂ ਛੋਟੀਆਂ ਗੱਲਾਂ ਵੀ ਹੋਣ, ਉਹਨਾਂ ਤੋਂ ਤੰਗ ਆ ਕੇ ਕਹੀਏ ਕਿ ਨਹੀਂ, ਜ਼ਿੰਦਗੀ ਜਿਹੜੀ ਹੈ ਉਹ ਸਾਡੇ ਤੋਂ ਜੀਉ ਹੀ ਨਹੀਂ ਜਾਣੀ, ਸਾਡੇ ਕੋਲ ਕੁਛ ਹੋਣਾ ਹੀ ਨਹੀਂ ਅੱਗੋਂ, ਤਾਂ ਮੈਨੂੰ ਲੱਗਦਾ ਹੈ ਕਿ ਫਿਰ ਸਾਡੇ ਜਿਹਾ ਮੂਰਖ ਕੋਈ ਨਹੀਂ। ਇਸ ਲਈ ਮੌਤ ਕਿਸੇ ਵੀ ਜਿਹੜਾ ਹੈ ਮਸਲੇ ਦਾ ਹੱਲ ਨਹੀਂ ਹੈ। ਜ਼ਿੰਦਗੀ ਦੇ ਵਿੱਚ ਲੜਨਾ, ਝਗੜਨਾ ਜਾਂ ਫਿਰ ਅੱਗੇ ਵਧਣਾ, ਇਹ ਸਾਡੇ ਜਿਹੜੇ ਟੀਚੇ ਨੇ। ਬਹੁਤ ਵੱਡੀ ਜ਼ਿੰਦਗੀ ਹੈ। ਕਈ ਵਾਰ ਲੱਗਦਾ ਹੈ ਕਿ ਨਹੀਂ ਯਾਰ, ਹੁਣ ਹੱਥ ਖੜੇ ਹੋ ਗਏ ਨੇ, ਹੁਣ ਨਹੀਂ ਕੁਛ ਹੋਣਾ, ਪਰ ਉਹਦਾ ਮਤਲਬ ਇਹ ਨਹੀਂ ਕਿ ਅਸੀਂ ਆਤਮ ਹੱਤਿਆ ਕਰ ਲਈਏ। ਇਹ ਪਰਿਵਾਰ ਦੀ ਖਬਰ ਸੁਣ ਕੇ ਮੈਨੂੰ ਲੱਗਿਆ ਕਿ ਇਹ ਗੱਲ ਤੁਹਾਡੇ ਨਾਲ ਵੀ ਸਾਂਝੀ ਕਰਨੀ ਬਹੁਤ ਜ਼ਰੂਰੀ ਹੈ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਜਿਹੜੀ ਮੈਂ ਗੱਲ ਕਰ ਰਿਹਾ ਹਾਂ, ਉਹ ਅੱਗੇ ਗੱਲ ਹੈ ਕਿਸਾਨੀ ਸੰਘਰਸ਼ ਦੇ ਨਾਲ ਤਾਂ ਮਿਲਦੀ ਹੈ, ਪਰ ਉਹ ਗੱਲ ਜਿਹੜੀ ਹੈ ਲਗਾਤਾਰ ਇਹ ਦੱਸਣ ਦੀ ਕੋਸ਼ਿਸ਼ ਮੈਂ ਕਰ ਰਿਹਾ ਹਾਂ ਕਿ ਕਿਵੇਂ ਜਿਹੜੀ ਸਾਡੀ ਸਰਕਾਰ ਹੈ ਉਹ ਸਰਕਾਰ ਨਹੀਂ ਲੱਗ ਰਹੀ। ਇੱਦਾਂ ਲੱਗ ਰਹੀ ਹੈ ਕਿ ਉਹ ਦਲਾਲ ਨੇ, ਇੱਦਾਂ ਲੱਗ ਰਿਹਾ ਨੇ ਕਿ ਉਹ ਪੋਲੀਟੀਕਲ ਪਾਰਟੀਆਂ ਚਾਹਦੀਆਂ ਨੇ। ਪਹਿਲਾਂ ਵੀ ਮੈਂ ਤੁਹਾਡੇ ਨਾਲ ਗੱਲ ਕਰ ਚੁੱਕਾ ਕਿ ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ, ਜਦੋਂ ਆਜ਼ਾਦੀ ਦੇ ਸਮਿਆਂ ਦੀ ਗੱਲ ਕਰਦੇ ਹਾਂ, ਤਾਂ ਇੱਕ ਪੋਰਟਫੋਲੀਓ ਦੀ ਜਿਹੜੀ ਹੈ ਉਹ ਕਦਰ ਕੀਤੀ ਜਾ ਰਹੀ ਹੈ। ਹੁਣ ਤਾਂ ਇੱਦਾਂ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਾ ਬਣ ਕੇ ਸਗੋਂ ਕਿਸੇ ਪਾਰਟੀ ਦੇ ਸੰਚਾਲਕ ਜਿਹੜੇ ਨੇ ਉਹ ਜ਼ਿਆਦਾ ਬਣੇ ਹੋਏ ਨੇ। ਉਹਨਾਂ ਰੈਲੀਆਂ ਨੂੰ ਦੇਖਦਿਆਂ ਲੋਕ ਸ਼ਾਇਦ ਉਮੜ ਕੇ ਆ ਜਾਂਦੇ ਨੇ, ਅਤੇ ਜਦੋਂ ਵੱਡੀਆਂ ਹਸਤੀਆਂ ਪਹੁੰਚਦੀਆਂ ਨੇ ਤਾਂ ਫਿਰ ਲੱਗਦਾ ਹੈ ਕਿ ਵਾਕਈ ਉੱਥੇ ਜਾਣਾ ਜ਼ਰੂਰੀ ਹੈ। ਹਰ ਉਸ ਪਾਰਟੀ ਦੇ ਨਾਲ ਬਾਬਤ ਲੋਕ ਜਿਹੜੇ ਨੇ ਉਹ ਉੱਥੇ ਪਹੁੰਚਦੇ ਨੇ। ਛੋਟੇ ਤੋਂ ਛੋਟੇ ਲੀਡਰ, ਵੱਡੇ ਤੋਂ ਵੱਡੇ ਲੀਡਰ ਜਿਹੜੇ ਨੇ ਆਪਣੀ ਹਾਜ਼ਰੀ ਲਵਾਉਣਾ ਚਾਹੁੰਦੇ ਆ। ਮੈਂ ਗੱਲ ਕਰ ਰਿਹਾ ਅਸਾਮ ਅਤੇ ਅੱਜ ਕੱਲ੍ਹ ਬੰਗਲਾਦੇਸ਼ ਦੀ। ਜਿਹੜਾ ਪੱਛਮੀ ਬੰਗਾਲ ਹੈ, ਉੱਥੇ ਲਗਾਤਾਰ ਅਸੀਂ ਦੇਖਿਆ ਕਿ ਤ੍ਰਿਣਮੂਲ ਕਾਂਗਰਸ ਦੇ ਜਿਹੜੇ ਵੱਡੇ ਨੇਤੇ ਨੇ ਜਾਂ ਤ੍ਰਿਣਮੂਲ ਕਾਂਗਰਸ ਦੇ ਜਿਹੜੇ MLA ਨੇ ਉਹ ਲਗਾਤਾਰ ਪਾਰਟੀ ਛੱਡ ਰਹੇ ਨੇ। ਔਰ ਬਹੁਤ ਵਾਰ BJP ਦੇ ਜਿਹੜੇ ਲੀਡਰ ਨੇ ਉਹ ਇੱਦਾਂ ਦੀਆਂ ਸਟੇਟਮੈਂਟਸ ਦਿੰਦੇ ਨੇ ਕਿ ਕਹਿੰਦੇ ਨੇ ਕਿ ਹੁਣ ਜਿਹੜੀ ਬੀਬੀ ਮਾਇਆਵਤੀ ਉਹ ਇਕੱਲੀ ਰਹਿ ਜਾਊਗੀ, ਤ੍ਰਿਣਮੂਲ ਕਾਂਗਰਸ ਉਹਦੀ ਹੋਏਗੀ। ਆਮ ਦੇਖਿਆ ਹੈ ਕਿ ਭਾਰਤ ਦੀ ਜਿਹੜੀਆਂ ਹੁਣ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਹਾਰਸ ਟ੍ਰੇਡਿੰਗ ਬਹੁਤ ਹੁੰਦੀ ਹੈ। ਲਗਾਤਾਰ ਖਰੀਦ ਤੋਂ ਫਰੋਖਤ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਮਹਾਰਾਸ਼ਟਰ ਦੇ ਵਿੱਚ ਜੋ ਹੋਇਆ, ਕਰਨਾਟਕਾ ਦੇ ਵਿੱਚ ਜੋ ਹੋਇਆ, ਗੋਆ ਦੇ ਵਿੱਚ ਜੋ ਹੋਇਆ, ਮੈਂ ਕਿਹੜੀਆਂ ਗੱਲਾਂ ਤੁਹਾਨੂੰ ਦੱਸਾਂ। ਪਰ ਫਿਲਹਾਲ ਜਿਹੜੀ ਮੈਂ ਅੱਜ ਗੱਲ ਕਰਨੀ ਹੈ ਉਹ ਹੈ ਪੋਰਟਫੋਲੀਓ ਨਾਲ ਸੰਬੰਧਿਤ। ਪ੍ਰਧਾਨ ਮੰਤਰੀ ਪੂਰੇ ਦੇਸ਼ ਦੇ ਪ੍ਰਧਾਨ ਨੇ। ਉਹ ਕਹਿੰਦੇ ਨੇ ਜੀ ਮੈਂ ਪ੍ਰਧਾਨ ਸੇਵਕ ਹਾਂ, ਪਰ ਜਦੋਂ ਚੋਣਾਂ ਆਉਂਦੀਆਂ ਨੇ ਉਦੋਂ ਲੱਗਦਾ ਹੈ ਕਿ ਸਿਰਫ ਅਤੇ ਸਿਰਫ ਉਹ BJP ਦੇ ਲੀਡਰ ਨੇ ਔਰ ਬਾਕੀਆਂ ਦੇ ਨਾਲ ਇੱਕ ਉਹ ਜਿਹੜੀ ਬੁੜੀ ਹੈ ਜਿਹੜੀ ਕਿਸੇ ਦੇ ਨਾਲ ਨਹੀਂ ਬਣਦੀ, ਉਹਨੂੰ ਲੱਗਦਾ ਕਿ ਮੇਰਾ ਜਿਹੜਾ ਸਭ ਤੋਂ ਘਰ ਉੱਚਾ ਆ ਅਤੇ ਮੈਂ ਬਾਕੀਆਂ ਨੂੰ ਟੁੱਚੇ ਕਰ ਕਰਕੇ ਉਹਨਾਂ ਦਾ ਮਜ਼ਾਕ ਉਡਾਈ ਜਾਵਾਂ, ਇੰਝ ਲੱਗ ਰਿਹਾ ਹੈ। ਸੋ ਜਿਹੜੇ ਨਰਿੰਦਰ ਮੋਦੀ ਨੇ ਉਹ ਕੁਝ ਇੱਦਾਂ ਹੀ ਕਰ ਰਹੇ ਨੇ। ਲਗਾਤਾਰ ਜਦੋਂ ਧੂਆਂਧਾਰ ਰੈਲੀਆਂ ਹੁੰਦੀਆਂ ਨੇ, ਹੁਣ ਦੇਖਿਆ ਕਿ ਇੱਕੋ ਹਫ਼ਤੇ ਦੇ ਵਿੱਚ ਵਕਵਾ ਪਾ ਕੇ 2 ਵਾਰ ਜਿਹੜੇ ਨੇ ਸਾਡੇ ਨਰਿੰਦਰ ਮੋਦੀ ਸਾਹਿਬ ਉੱਥੇ ਪਹੁੰਚ ਜਾਂਦੇ ਨੇ। ਇੱਕ ਤਰੀਕੇ ਦੇ ਨਾਲ ਇਹ ਚੰਗੀ ਗੱਲ ਨਹੀਂ ਹੈ, ਚੰਗਾ ਸੰਦੇਸ਼ ਨਹੀਂ ਹੈ ਸਾਡੇ ਲਈ। ਔਰ ਸਾਨੂੰ ਇੰਝ ਲੱਗ ਰਿਹਾ ਹੈ ਕਿ ਨਰਿੰਦਰ ਮੋਦੀ ਲਗਾਤਾਰ ਸਰਕਾਰ ਨੂੰ ਨਹੀਂ, ਆਪਣੀ ਪਾਰਟੀ ਨੂੰ ਪ੍ਰਮੋਟ ਕਰ ਰਹੇ ਨੇ। ਉਹਨਾਂ ਦਾ ਜਿਹੜਾ ਮੇਨ ਮਨਸ਼ਾ ਹੈ ਉਹ ਪਾਰਟੀ ਲਾਈਨ ਹੈ ਸਿਰਫ ਅਤੇ ਸਿਰਫ।
ਨਾ ਉਹਨਾਂ ਲਈ ਦੇਸ਼ ਹਿੱਤ ਸਭ ਤੋਂ ਅੱਗੇ ਹੈ, ਨਾ ਉਹਨਾਂ ਲਈ ਸਰਕਾਰ ਸਭ ਤੋਂ ਅੱਗੇ ਹੈ, ਔਰ ਨਾ ਹੀ ਉਹਨਾਂ ਦੇ ਲਈ ਕੋਈ ਮਰਿਆਦਾ ਜਿਹੜੀ ਹੈ ਇੱਕ ਦੇਸ਼ ਦੀ ਉਸ ਮਾਇਨੇ ਰੱਖਦੀ ਹੈ। ਇਸੇ ਤਰੀਕੇ ਦੇ ਨਾਲ ਜੇ ਅਮਿਤ ਸ਼ਾਹ ਦੀ ਗੱਲ ਕਰਾਂ ਤੇ ਉਹਨਾਂ ਨੂੰ ਮਾਸਟਰ ਪਲਾਨਰ ਕਿਹਾ ਜਾਂਦਾ ਹੈ। ਫਿਲਹਾਲ ਉਹਨਾਂ ਦੇ ਕੋਲ ਪੋਰਟਫੋਲੀਓ ਜਿਹੜਾ ਹੈ ਉਹ ਹੋਮ ਮਿਨਿਸਟਰੀ ਦਾ ਹੈ, ਔਰ ਹੋਮ ਮਿਨਿਸਟਰੀ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਿਨਿਸਟਰੀ ਹੈ। ਲਗਾਤਾਰ ਤੁਹਾਡੇ ਕੋਲੇ ਪੂਰੇ ਦੇਸ਼ ਦੀ ਜਿਹੜੀ ਹੈ ਸੁਰੱਖਿਆ ਦਾ ਜਿਹੜਾ ਜ਼ਿੰਮਾ ਤੁਹਾਡੇ ਮੋਢਿਆਂ ਦੇ ਉੱਤੇ ਹੁੰਦਾ ਹੈ। ਪਰ ਜਦੋਂ ਹੁਣ ਅਸੀਂ ਅਮਿਤ ਸ਼ਾਹ ਦੀ ਵੀ ਗੱਲ ਕਰਦੇ ਹਾਂ ਤੇ ਉਹ ਲੱਗ ਰਿਹਾ ਕਿ ਲਗਾਤਾਰ ਜਿਹੜਾ ਹੈ ਉਹ ਪੱਛਮੀ ਬੰਗਾਲ ਦੀ ਜਿਹੜੀ ਸਟ੍ਰੈਟਜੀ ਹੈ ਉਹਨੂੰ ਪਲਾਨ ਕਰਨ ਦੇ ਵਿੱਚ ਆਪਣਾ ਸਮਾਂ ਬਿਤਾ ਰਹੇ ਨੇ। ਜੋ ਦੇਸ਼ ਦੇ ਵਿੱਚ ਹੋ ਰਿਹਾ ਜਾਂ ਦੇਸ਼ ਦੇ ਨਾਲ ਜਿਹੜੀਆਂ ਸੰਬੰਧਿਤ ਗੱਲਾਂ ਨੇ ਉਹਨਾਂ ਦਾ ਫਿਰ ਧਿਆਨ ਜਿਹੜਾ ਹੈ ਉੱਥੇ ਨਹੀਂ ਹੈ। ਇੱਦਾਂ ਹੀ ਇੱਕ ਸਟੇਟਮੈਂਟ ਜਿਹੜੀ ਹੈ ਮੈਂ ਫਿਲਹਾਲ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ। ਤੋਮਰ ਨੂੰ ਸੱਤਾ ਦਾ ਨਸ਼ਾ ਚੜ੍ਹਿਆ। RSS ਆਗੂ ਜਿਹੜੇ ਨੇ ਉਹੀ ਇਹ ਗੱਲ ਕਹਿ ਰਹੇ ਨੇ। ਇਹ ਆਗੂ ਜਿਹੜੇ ਨੇ ਕਿਸਾਨ ਅੰਦੋਲਨ ਦੇ ਮੁੱਦੇ ਦੇ ਉੱਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਜਿਹੜਾ ਹੈ ਉਹਨਾਂ ਦੇ ਸਟੈਂਡ ਉੱਤੇ ਝਿੜਕਾਂ ਮਾਰ ਰਹੇ ਨੇ। ਜੇ ਮੈਂ ਗੱਲ ਕਰਾਂ ਇਹਦਾ ਨਾਂ ਕੀ ਹੈ, RSS ਦੇ ਇਹ ਸੀਨੀਅਰ ਆਗੂ ਨੇ ਰਘੂਨੰਦ ਸ਼ਰਮਾ ਨੇ ਜਿਹੜੇ ਕਿ ਨਰਿੰਦਰ ਤੋਮਰ ਨੂੰ ਫਟਕਾਰ ਮਾਰ ਰਹੇ ਨੇ। ਮੱਧ ਪ੍ਰਦੇਸ਼ ਤੋਂ 2 ਵਾਰ ਇਹ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਨੇ। ਬਹੁਤ ਥੋੜ੍ਹੇ ਲੋਕ ਹੁੰਦੇ ਨੇ ਜਿਹੜੇ ਕਿ ਸੱਚ ਨੂੰ ਸੱਚ ਕਹਿੰਦੇ ਨੇ, ਔਰ ਬਹੁਤ ਸਾਰੇ ਲੋਕ ਇੱਦਾਂ ਦੇ ਹੁੰਦੇ ਨੇ ਜਿਹੜੇ ਡਰਦੇ ਰਹਿੰਦੇ ਨੇ, ਔਰ ਡਰ ਦੇ ਚੱਕਰ ਦੇ ਵਿੱਚ ਹੀ ਉਹਨਾਂ ਨੂੰ ਲੱਗਦਾ ਹੈ ਕਿ ਜਿੱਧਰਲਾ ਪਲੜਾ ਭਾਰੀ ਹੈ ਅਸੀਂ ਉਧਰ ਦੇ ਵਿੱਚ ਚੱਲ ਜਾਈਏ। ਆਪਣੇ ਥੋੜ੍ਹੇ ਜਿਹੇ ਜਿਹੜੇ ਚੁਣਿੰਦੇ ਜਿਹੇ ਫਾਇਦੇ ਹੁੰਦੇ ਨੇ ਉਹਨਾਂ ਨੂੰ ਲਗਾਤਾਰ ਲੱਗਦਾ ਹੈ ਕਿ ਸ਼ਾਇਦ ਇਹ ਸਾਡੇ ਲਈ ਜ਼ਿਆਦਾ ਨੇ, ਔਰ ਉਹਨਾਂ ਫਾਇਦਿਆਂ ਦੇ ਮੱਦੇਨਜ਼ਰ ਉਹ ਉਹਨਾਂ ਗੱਲਾਂ 'ਤੇ ਚੱਲ ਜਾਂਦੇ ਨੇ ਕਿ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਬਸ ਜੇ ਅਸੀਂ ਇਹ ਸਾਥ ਦੇਵਾਂਗੇ ਤਾਂ ਸਾਡੇ ਇਹ ਫਾਇਦੇ ਹੋ ਜਾਣਗੇ। ਮੈਂ ਗੱਲ ਕਰ ਰਿਹਾ ਸਾਡੇ ਬਹੁਤ ਸਾਰੇ ਉੱਘੇ ਨੇਤਾ ਜਿਹੜੇ ਕਿ ਓਪੋਜੀਸ਼ਨ ਦੇ ਵਿੱਚ ਨੇ, ਉਹ ਵੀ ਨਹੀਂ ਬੋਲ ਰਹੇ, ਉਹ ਆਪਣਾ ਮੂੰਹ ਨਹੀਂ ਖੋਲ੍ਹ ਰਹੇ। ਪਰ ਇੱਦਾਂ ਜਿੱਦਾਂ RSS ਦੇ ਵਿੱਚੋਂ ਉੱਠ ਕੇ ਗੱਲ ਕਰਨੀ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਹਮਲਾ ਹੈ ਜਿਹੜਾ ਕੋਈ ਮਾਰਦਾ ਹੈ। ਦੂਸਰੇ ਬੰਨੇ ਮੈਂ ਗੱਲ ਕਰਦਾ ਟਵੀਟ ਦੇ ਉੱਤੇ। ਇੱਕ ਟਵੀਟ ਜਿਹੜਾ ਹੈ ਸਾਡੀ ਸਰਕਾਰ ਨੂੰ ਹਿਲਾ ਸਕਦਾ ਹੈ। ਕਮਾਲ ਦੀ ਗੱਲ ਹੈ। ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੂੰ ਜਿਹੜਾ ਹੈ ਉਹਦੇ ਉੱਤੇ ਸਟੇਟਮੈਂਟਸ ਦੇਣੀਆਂ ਚਾਹੀਦੀਆਂ। ਮੀਨਾ ਹੈਰਿਸ ਦੇ ਉੱਤੇ ਕੇਸ ਪਾ ਦਿੰਦੇ ਨੇ, ਕਹਿੰਦੇ ਨੇ ਜੀ ਜੇ ਤੁਸੀਂ ਜਿਹੜਾ ਸਾਡੇ ਇੰਟਰਨਲ ਮਾਮਲਿਆਂ ਦੇ ਵਿੱਚ ਬੋਲੇ ਹੋ ਤਾਂ ਫਿਰ ਚੰਗਾ ਨਹੀਂ ਹੋਏਗਾ। ਦੂਸਰੇ ਬੰਨੇ ਜੇ ਕੋਈ ਵੀ ਜਿਹੜਾ ਹੈ ਸੱਚ ਨੂੰ ਸੱਚ ਕਹਿੰਦਾ ਹੈ ਤੇ ਉਹ ਦੇਸ਼ ਧਰੋਹੀ ਹੋ ਜਾਂਦਾ ਹੈ। ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਟਵਿੱਟਰ ਜਿਹੜਾ ਹੈ ਉਹਦੇ ਨਾਲ ਐਡਾ ਵੀ ਕੀ ਇਹਨਾਂ ਨੂੰ ਡਰ ਹੈ। ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹਨਾਂ ਨੇ ਕੁਝ ਗਲਤ ਨਹੀਂ ਕੀਤਾ ਤਾਂ ਫਿਰ ਇਹ ਕਿਹੜੀ ਗੱਲੋਂ ਘਬਰਾਹਟ ਨੇ? ਕਿਉਂ ਇਹਨਾਂ ਦੇ ਅੱਗੋਂ ਜਿਹੜੀ ਹੈ ਸੱਚ ਦੀ ਜਿਹੜੀ ਪੱਟੀ ਹੈ ਇਹਨਾਂ ਦੀਆਂ ਅੱਖਾਂ ਦੇ ਉੱਤੋਂ ਲੱਥੀ ਜਾਂਦੀ ਹੈ? ਜਦੋਂ ਅਸੀਂ ਗੱਲ ਕਰਨੇ ਆ, ਅੱਜ ਹੀ ਮੈਂ ਸਟੇਟਮੈਂਟ ਪਾ ਰਿਹਾ ਸੀ ਗੁਜਰਾਤ ਹਾਈ ਕੋਰਟ ਨੂੰ ਲੈ ਕੇ ਬਹੁਤ ਸਾਰੀਆਂ ਵੱਡੀਆਂ ਗੱਲਾਂ ਕਰ ਰਹੇ ਸੀ ਸਾਡੇ ਨਰਿੰਦਰ ਸਿੰਘ ਤੋਮਰ, ਸਾਡੇ ਪ੍ਰਧਾਨ ਸੇਵਕ ਹੋਣੇ। ਪਰ ਪ੍ਰਧਾਨ ਸੇਵਕ ਹੋਣਾ ਨੂੰ ਇਹ ਨਹੀਂ ਪਤਾ ਕਿ ਇਹ ਗੱਲਾਂ ਮਹਿਜ਼ ਗੱਲਾਂ ਨੇ। ਹੁਣ ਬਹੁਤੀ ਲੋਕ ਨੇ ਜਿਹੜੇ ਬਹੁਤਾ ਹਿੱਸਾ ਆਵਾਮ ਦਾ ਹੈ ਉਹ ਇਹ ਗੱਲਾਂ ਸਮਝਣ ਲੱਗ ਪਏ ਨੇ ਕਿ ਇਹ ਸਭ ਕੁਝ ਖਿਆਲੀ ਪੁਲਾਓ ਜਿਹੜਾ ਹੈ ਉਹ ਬਣਾਇਆ ਜਾ ਰਿਹਾ ਹੈ, ਸਾਡੇ ਅੱਗੇ ਪਰੋਸਿਆ ਜਾ ਰਿਹਾ ਜੋ ਹੈ ਉਹ ਖਾਲੀ ਪੁਲਾਓ ਹੈ। ਇੱਥੇ ਹੀ ਮੈਂ ਕਹਾਂਗਾ ਕਿ ਇੱਕ ਜਿਹੜਾ ਸੁਪਰੀਮ ਕੋਰਟ ਹੈ ਉਹਦੀ ਇੱਕ ਬਹੁਤ ਵੱਡੀ ਜਿਹੜੀ ਹੈ ਭੂਮਿਕਾ ਹੁੰਦੀ ਹੈ। ਅਸੀਂ ਕਹਿੰਦੇ ਹਾਂ ਕਿ ਜਿਹੜੀ ਨਿਆਇਕ ਪ੍ਰਣਾਲੀ ਹੈ ਉਹ ਇੱਕ ਕੌਨਸਟੀਟਿਊਸ਼ਨਲ ਜਿਹੜੀ ਇਮੇਜ ਹੈ, ਸਾਡਾ ਇੱਕ ਕੌਨਸਟੀਟਿਊਸ਼ਨ ਹੈ, ਉਹਦੇ ਉੱਤੇ ਚੈੱਕ ਤਰੀਕੇ ਨਾਲ ਕੰਮ ਕਰਦਾ ਹੈ, ਯਾਨੀ ਕਿ ਉਹਦੇ ਉੱਤੇ ਚੈੱਕ ਰੱਖਣ ਲਈ ਕੰਮ ਕਰ ਰਿਹਾ ਹੈ। ਕਿਸਾਨ ਜਥੇਬੰਦੀਆਂ ਲਗਾਤਾਰ ਕਹਿ ਰਹੀਆਂ ਨੇ ਕਿ ਸਾਨੂੰ ਜਿਹੜਾ ਹੈ ਕੋਈ ਕਿਸੇ ਤਰੀਕੇ ਦੀ ਕਮੇਟੀ ਨਹੀਂ ਚਾਹੀਦੀ। ਦੂਸਰੇ ਬੰਨੇ ਸਰਕਾਰ ਨੇ ਵੀ ਕਦੀ ਕੋਈ ਗੱਲ ਨਹੀਂ ਕੀਤੀ ਕਿ ਸਾਨੂੰ ਕਮੇਟੀ ਜਿਹੜੀ ਹੈ ਉਹ ਬਣਾ ਦਿਓ ਜਾਂ ਫਿਰ ਸਾਡੇ ਕੋਲ ਇਹ ਗੱਲਬਾਤ ਨਹੀਂ ਹੋ ਰਹੀ। ਪਰ ਸੁਪਰੀਮ ਕੋਰਟ ਨੇ ਕਿਉਂ ਕਮੇਟੀ ਬਣਾਈ ਹੈ? ਜੇ ਅਸੀਂ ਕੌਨਸਟੀਟਿਊਸ਼ਨਲ ਤਰੀਕੇ ਦੇ ਨਾਲ ਚੱਲੀਏ ਤਾਂ ਉਹਦੇ ਵਿੱਚ ਇਹੀ ਲਿਖਿਆ ਹੈ ਕਿ ਆਪਸੀ ਸਹਿਮਤੀ ਦੇ ਨਾਲ ਹੀ ਜਿਹੜੇ ਹੈ ਕਾਨੂੰਨ ਰਿਪੀਲਡ ਹੋ ਸਕਦੇ ਨੇ। ਇਸ ਤੋਂ ਬਿਨਾਂ ਸ਼ਾਇਦ ਕਾਨੂੰਨ ਜਿਹੜੇ ਆ ਉਹ ਰਿਪੀਲਡ ਨਹੀਂ ਹੋ ਸਕਦੇ। ਫਿਰ ਜੇ ਕਮੇਟੀ ਬਣਾਈ ਜਾਂਦੀ ਹੈ ਤਾਂ ਫਿਰ ਸੋਨੇ 'ਤੇ ਸੁਹਾਗਾ ਇਹ ਵੀ ਹੈ ਕਿ ਚਾਰੇ ਬੰਦੇ ਉਹ ਚੁਣੇ ਜਾਂਦੇ ਨੇ ਜਿਹੜੇ ਸਰਕਾਰ ਦੇ ਹਮਾਇਤੀ ਨੇ। ਤਾਂ ਫਿਰ ਸੁਪਰੀਮ ਕੋਰਟ ਦੇ ਉੱਤੇ ਜਿਹੜੀ ਕਿ ਮਾਣਯੋਗ ਅਦਾਲਤ ਹੈ, ਸਾਡੀ ਸਰਵਉੱਚ ਅਦਾਲਤ ਹੈ, ਉਹਦੇ ਉੱਤੇ ਕਿੱਦਾਂ ਕੋਈ ਭਰੋਸਾ ਕਰ ਲੇ? ਕਿਸਾਨ ਜਥੇਬੰਦੀਆਂ ਕਿਉਂ ਕਹਿਣ? ਦੂਸਰੇ ਬੰਨੇ ਸਵਾਲ ਉੱਠਦਾ ਹੈ, ਬਹੁਤ ਵੱਡਾ ਸਵਾਲ ਜਿਹੜਾ ਹੈ ਉਹ ਹੈ ਮੀਡੀਆ ਦੇ ਉੱਤੇ, ਮੀਡੀਆ ਦੀ ਕਾਰਗੁਜ਼ਾਰੀ ਦੇ ਉੱਤੇ। ਮਨਦੀਪ ਪੂਨੀਆ ਜਿਹੜਾ ਹੈ ਉਹਦੀਆਂ ਇੰਟਰਵਿਊਜ਼ ਦੇਖ ਰਹੇ ਹਾਂ, ਲਗਾਤਾਰ ਵਾਇਰਲ ਹੋ ਰਹੀਆਂ ਨੇ ਇਸ ਹਫ਼ਤੇ। ਇਹ ਪੂਰੇ ਹਫ਼ਤੇ ਜਿਹੜੀ ਚੀਜ਼ਾਂ ਹੋਈਆਂ ਨੇ ਉਹਨੂੰ ਲਗਾਤਾਰ ਉਹਨਾਂ ਵਿੱਚੋਂ ਸਭ ਤੋਂ ਵੱਡੀ ਜੇ ਗੱਲ ਕਰਾਂ ਕਿਸਾਨ ਅੰਦੋਲਨ ਦੇ ਵਿੱਚ ਤਾਂ ਉਹ ਮਨਦੀਪ ਪੂਨੀਆ ਦੀ ਹੁਣ ਤੱਕ ਦੀਆਂ ਇੰਟਰਵਿਊਜ਼ ਨੇ। ਕਹਿ ਰਿਹਾ ਕਿ ਪਹਿਲਾਂ ਤਾਂ ਮੈਨੂੰ ਇਹ ਗੱਲ ਹੋਈ ਕਿ ਕਹਿੰਦੇ ਕਿ ਤੁਹਾਡਾ ਜਿਹੜਾ ਹੈ ਝੱਗਾ ਉਤਾਰ ਦਿੰਦੇ ਸੀ, ਉੱਤੋਂ ਪੱਖਾ ਚਲਾ ਦਿੰਦੇ ਸੀਗੇ, ਔਰ ਐਡਾ ਵੱਡਾ ਤਸ਼ੱਦਦ ਕਿਉਂ ਕੀਤਾ ਜਾਂਦਾ ਹੈ? ਇਹ ਸਮਝਣ ਵਾਲੀ ਗੱਲ ਹੈ ਕਿ ਸਰਕਾਰ ਜਿਹੜੀ ਹੈ ਉਹਨੂੰ ਲੱਗਦਾ ਹੈ ਕਿ ਇੱਦਾਂ ਦੇ ਤਸ਼ੱਦਦ ਢਾਹ ਕੇ ਲੋਕਾਂ ਦੇ ਹੌਸਲੇ ਤੋੜੇ ਜਾਂਦੇ ਨੇ। ਦੂਸਰੇ ਬੰਨੇ
ਉਹ ਕਹਿੰਦਾ ਕਿ ਜਦੋਂ ਮੈਨੂੰ ਮੈਡੀਕਲ ਲਈ ਲਿਆ ਕੇ ਜਾਂਦੇ ਨੇ ਤਾਂ ਮੈਡੀਕਲ ਜਾਂਦੇ ਸਮੇਂ ਉੱਥੇ ਜਿਹੜਾ ਮੈਡੀਕਲ ਕਰਨ ਵਾਲਾ ਡਾਕਟਰ ਹੈ ਉਹਨੂੰ ਕਹਿੰਦੇ ਜੀ ਇਹ ਪੁਲਿਸ ਦਾ ਇੰਟਰਨਲ ਮਾਮਲਾ ਹੈ, ਇਹ ਸਾਡੇ ਆਫਿਸ ਦਾ ਮਾਮਲਾ ਹੈ, ਇਸ ਕਰਕੇ ਥੋੜ੍ਹਾ ਜਿਹਾ ਧਿਆਨ ਦੇ ਲਓ। ਮਨਦੀਪ ਪੁਨੀਆ ਨੇ ਬੜੇ ਗਰਜ ਕੇ ਕਿਹਾ ਕਿ ਮੈਨੂੰ ਮਾਣ ਹੈ ਉਸ ਡਾਕਟਰ ਦੇ ਉੱਤੇ ਜਿਹਨੇ ਕਿਹਾ ਕਿ ਤੁਸੀਂ ਪਾਸੇ ਹਟ ਜਾਓ, ਮੈਨੂੰ ਮੇਰਾ ਕੰਮ ਕਰਨ ਦਿਓ, ਔਰ ਉਹਨੇ ਉਹਦਾ ਪੂਰਾ ਜਿਹੜਾ ਮੈਡੀਕਲ ਹੈ ਪ੍ਰੋਪਰ ਤਰੀਕੇ ਦੇ ਨਾਲ ਕੀਤਾ। ਸੋ ਇੱਕ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡੀ ਜਿਹੜੀ ਇੱਕ ਗੱਲ ਹੈ। ਮੈਂ ਅਕਸਰ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਤੋਂ ਸੁਣਦਾ ਸੀ ਕਿ ਚੰਗੇ ਲੋਕ ਸੁਸਾਇਟੀ ਦੇ ਵਿੱਚ ਹੁੰਦੇ ਨੇ, ਇਸ ਕਰਕੇ ਸੁਸਾਇਟੀ ਜਿਹੜੀ ਹੈ ਉਹ ਮੂਵ ਔਨ ਕਰਦੀ ਹੈ, ਚਲਦੀ ਫਿਰਦੀ ਹੈ, ਅੱਗੇ ਵੱਧਦੀ ਹੈ। ਡਾਕਟਰ ਸਾਹਿਬ ਵੀ ਮੈਨੂੰ ਲੱਗਦਾ ਕਿ ਇੱਦਾਂ ਦੀ ਸੁਸਾਇਟੀ ਦੇ ਵਿੱਚ ਨੇ। ਸੋ ਜਦੋਂ ਮਨਦੀਪ ਪੁਨੀਆ ਆ ਕੇ ਬਾਹਰ ਇਹ ਸਾਰੀਆਂ ਗੱਲਾਂ ਦੱਸਦਾ ਹੈ, ਇਕੱਲੀ ਉਹਦੀ ਇੰਟਰਵਿਊ ਦੀ ਜਿਹੜੀ ਸੱਚਾਈ ਹੈ ਉਹ ਇੱਦਾਂ ਲੱਗਦਾ ਹੈ ਕਿ ਸਰਕਾਰਾਂ ਦੇ ਉਹ ਭੇਦ ਜਿਹੜੇ ਉਹਨਾਂ ਨੇ ਲੁਕੋਏ ਹੋਏ ਸੀਗੇ ਉਹਨਾਂ ਦੇ ਪਰਚੇ ਫੋਲੇ ਜਾ ਰਹੇ ਨੇ। ਤੁਹਾਡੇ ਕੋਲ ਜੇ ਥੋੜ੍ਹਾ ਜਿਹਾ ਟਾਈਮ ਹੋਇਆ, ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਭਾਵੁਕ ਨਹੀਂ ਹੈਗੇ, ਤੁਸੀਂ ਸਿਰਫ ਤੇ ਸਿਰਫ ਉਹਨਾਂ ਚੀਜ਼ਾਂ ਦੇ ਲਈ ਫੈਸਲਾ ਲੈ ਰਹੇ ਹੋ ਜਿਹੜੀਆਂ ਤੁਹਾਨੂੰ ਪ੍ਰਤੱਖ ਦਿਖ ਰਹੀਆਂ ਨੇ, ਤੇ ਮਨਦੀਪ ਪੁਨੀਆ ਦੀ ਇੰਟਰਵਿਊ ਹਰ ਇੱਕ ਵੱਡੇ ਚੈਨਲ ਨੇ ਕੀਤੀ ਹੋਈ ਹੈ। ਤੁਸੀਂ ਉਸ ਇੰਟਰਵਿਊ ਨੂੰ ਦੇਖ ਸਕਦੇ ਹੋ ਤੇ ਆਪਣਾ ਜਿਹੜਾ ਜੱਜਮੈਂਟ ਹੈ ਉਹ ਦੇ ਸਕਦੇ ਹੋ ਕਿ ਵਾਕਈ ਇਹ ਚੀਜ਼ਾਂ ਜਿਹੜੀਆਂ ਨੇ ਉਹ ਗਲਤ ਨਹੀਂ ਹੈ। ਫਿਰ ਦੂਸਰੇ ਬੰਨੇ ਉਹ ਕਹਿੰਦੇ ਨੇ ਕਿ ਸਰਕਾਰ ਜਿਹੜੀ ਹੈ ਉਹਨੂੰ ਡਰ ਹੈ ਕਿ ਕਿਤੇ ਨਾ ਕਿਤੇ ਇਹ ਕੁਝ ਮੇਰਾ ਜਿਹੜਾ ਭੇਤ ਹੈ ਖੋਲ੍ਹ ਨਾ ਦੇਣ। ਸਰਕਾਰ ਕਲਮ ਦੀ ਤਾਕਤ ਤੋਂ ਡਰਦੀ ਹੈ, ਇਸ ਲਈ ਤਾਂ ਸਭ ਤੋਂ ਪਹਿਲਾਂ ਇਹ ਕਿਹਾ ਜਾਂਦਾ ਹੈ ਕਿ ਮੋਦੀ ਸਾਹਿਬ ਹੁਣਾਂ ਨੇ ਕਲਮ ਨੂੰ ਹੀ ਜਿਹੜਾ ਹੈ ਆਪਣਾ ਨਿਸ਼ਾਨਾ ਬਣਾਇਆ ਸੀ। ਕੋਬਰਾ ਪੋਸਟ ਨੇ ਇੱਕ ਸਟਿੰਗ ਕੀਤਾ ਸੀਗਾ ਕਿ ਇਹ ਮੀਡੀਆ ਜਿਹੜਾ ਹੈ ਇਹਨੂੰ ਪ੍ਰੋ ਮੋਦੀ ਜਿਹੜਾ ਹੈ ਜਾਂ ਪ੍ਰੋ ਗਵਰਨਮੈਂਟ ਜਿਹੜਾ ਹੈ ਉਹ ਕਿਵੇਂ ਬਣਾਇਆ ਗਿਆ। ਇੰਨੇ ਪੈਸੇ ਦਿੱਤੇ ਗਏ, ਇੰਨੇ ਕਰੋੜਾਂ ਦੀਆਂ ਐਡਵਰਟਾਈਜ਼ਮੈਂਟ ਦਿੱਤੀਆਂ ਗਈਆਂ ਔਰ ਉਹ ਲੋਕਾਂ ਨੂੰ ਖਰੀਦਿਆ ਗਿਆ ਜਿਹੜੇ ਚੌਥੇ ਸਤੰਭ ਦੇ ਥੋੜ੍ਹੇ ਜਿਹੇ ਅੰਸ਼ ਸੀਗੇ, ਯਾਨੀ ਕਿ ਐਂਕਰ ਸੀ, ਰਿਪੋਰਟਰ ਸੀ ਔਰ ਵੱਡੇ ਘਰਾਣੇ ਦੀ ਗੱਲ ਸੀ। ਮੈਂ ਹਰ ਵਾਰ ਗੱਲ ਕਰ ਰਿਹਾ ਕਿ ਅਸੀਂ ਅਨਡਿਕਲੇਅਰ ਡੈਮੋਕ੍ਰੇਸੀ ਦੇ ਵੱਲ ਵੱਧ ਰਹੇ ਹਾਂ, ਵੱਧ ਕੀ ਰਹੇ, ਇਨਫੈਕਟ ਅਸੀਂ ਉਹਦੇ ਵਿੱਚ ਜੀ ਰਹੇ ਹਾਂ। ਮਿਆਂਮਾਰ ਦੇ ਵਿੱਚ ਜੋ ਹੋਣ ਡਿਆ ਸ਼ਾਇਦ ਉਹਦੇ ਲਈ ਤਾਂ ਅਸੀਂ ਬਹੁਤ ਸਾਰੇ ਗੱਲ ਕਰ ਰਹੇ ਹਾਂ, ਉਹ ਡਿਕਲੇਅਰਡ ਐਮਰਜੈਂਸੀ ਹੈ, ਪ੍ਰਤੱਖ ਐਮਰਜੈਂਸੀ ਹੈ। ਜਦੋਂ ਅਸੀਂ ਕਹਿੰਦੇ ਹਾਂ 18 ਮਹੀਨਿਆਂ ਤੋਂ ਵੱਧ ਦਾ ਸਮਾਂ ਤੁਸੀਂ ਜਿਹੜਾ ਹੈ ਇੰਟਰਨੈਟ ਤੋਂ ਵਾਂਝੇ ਰਹੋ। ਇੰਟਰਨੈਟ ਉਹ ਜਿੱਥੇ ਲੋਕ ਆਪਣੀ ਆਵਾਜ਼ ਉਠਾਉਂਦੇ ਨੇ, ਉਹ ਪਲੇਟਫਾਰਮ ਜਿਹੜਾ ਕਿਸੇ ਦੇ ਨਾਲ ਵੀ ਕੋਈ ਭੇਦਭਾਵ ਨਹੀਂ ਕਰਦਾ। ਜੋ ਤੁਸੀਂ ਲਿਖਦੇ ਹੋ ਜੇ ਲੋਕਾਂ ਨੂੰ ਲੱਗਦਾ ਸਹੀ ਹੈ ਤੇ ਲੋਕ ਉਮੜ ਕੇ ਉੱਠ ਜਾਂਦੇ ਨੇ, ਤੇ ਦੂਸਰੇ ਬੰਨੇ ਤੁਸੀਂ ਉਹਨਾਂ ਨੂੰ 18 ਮਹੀਨੇ ਕਿਵੇਂ ਬੰਦ ਕਰ ਰਹੇ ਹੋ। ਮੈਂ ਜੰਮੂ ਕਸ਼ਮੀਰ ਦੀ ਗੱਲ ਕਰ ਰਿਹਾ। ਜੰਮੂ ਕਸ਼ਮੀਰ ਦੇ ਵਿੱਚ 18 ਮਹੀਨੇ ਇੰਟਰਨੈਟ ਬੰਦ ਹੋਣਾ ਇੱਕ ਤਰੀਕੇ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਇੱਕ ਘਾਲਣਾ ਹੈ, ਇੱਕ ਤਰੀਕੇ ਦੇ ਨਾਲ ਬਹੁਤ ਵੱਡਾ ਇੱਕ ਰੋਕ ਹੈ ਉਹਨਾਂ ਲੋਕਾਂ ਦੀ ਆਵਾਜ਼ ਦੇ ਉੱਤੇ ਜਿਹੜੀ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਨੇ। ਮੋਦੀ ਸਾਹਿਬ ਹੁਣੇ ਜਿਹੜੇ ਸਮਝਦੇ ਨੇ ਕਿ ਸ਼ਾਇਦ ਉਹ ਜੋ ਕਹਿ ਰਹੇ ਨੇ ਉਹ ਸਹੀ ਨੇ, ਉਹਨਾਂ ਦੇ ਜਿਹੜੇ ਫੈਕਟ ਨੇ ਉਹ ਬਿਲਕੁਲ ਸਹੀ ਨੇ, ਉਹਨੂੰ ਪ੍ਰੂਵ ਕਰਨ ਦੇ ਲਈ ਉਹ ਹਰ ਕੁਝ ਕਰਦੇ ਨੇ। 10 ਗੇਟ ਦੀ ਬੈਰੀਗੇਟਿੰਗ ਕਰਨੀ ਇੱਕ ਤਰੀਕੇ ਦੇ ਨਾਲ ਅਣਮਨੁੱਖੀ ਘਟਨਾ ਹੈ। ਫਿਰ ਸਾਡੇ ਕੋਲੇ ਖਬਰਾਂ ਆਉਂਦੀਆਂ ਨੇ ਕਿ ਉਸ ਬੈਰੀਗੇਡ ਦੇ ਸਾਹਮਣੇ, ਯਾਨੀ ਉਸ ਬੈਰੀਗੇਡ ਦੇ ਤੁਰੰਤ ਸਾਹਮਣੇ ਮਿੱਟੀ ਦੀਆਂ ਸਟਾ ਕੇ ਜਿਹੜਾ ਹੈ ਕਿਸਾਨ ਜਥੇਬੰਦੀਆਂ ਨੇ ਫੁੱਲ ਲਾਉਣੇ ਸ਼ੁਰੂ ਕਰ ਦਿੱਤੇ। ਕਿੱਡਾ ਪ੍ਰਤੀਕਾਤਮਕ ਜਵਾਬ ਹੈ ਇਹਨਾਂ ਨੂੰ ਕਿ ਜੇ ਤੁਸੀਂ ਕੰਡੇ ਬੀਜ ਰਹੇ ਹੋ ਤੇ ਅਸੀਂ ਕਿਸਾਨ ਹੁੰਦੇ ਹਾਂ। ਉਹ ਕਿਸਾਨ ਜਿਹੜਾ ਧਰਤੀ ਨੂੰ ਆਪਣਾ ਜਿਹੜਾ ਹੈ ਇੱਕ ਕਹਿ ਲਈਏ ਕਿ ਆਰਟ ਸਮਝਦਾ ਹੈ, ਧਰਤੀ ਦੇ ਉੱਤੇ ਆਪਣੀ ਇੱਕ ਚਿੱਤਰਕਾਰੀ ਕਰਦਾ ਹੈ, ਵੰਨ ਸੁਵੰਨੇ ਫੁੱਲ ਲਾਉਂਦਾ ਹੈ, ਵੰਨ ਸੁਵੰਨੀਆਂ ਸਬਜ਼ੀਆਂ ਲਾਉਂਦਾ ਹੈ, ਵੰਨ ਸੁਵੰਨੀਆਂ ਫਸਲਾਂ ਉਗਾਉਂਦਾ ਹੈ। ਕਿਤੋਂ ਚਿੱਟਾ ਤੇ ਕਿਤੋਂ ਹਰਾ ਤੇ ਕਿਤੋਂ ਲਾਲ ਰੰਗ ਜਿਹੜਾ ਹੈ ਉਹ ਉਮੜ ਕੇ ਉੱਠਦਾ ਹੈ। ਸੋ ਇਹ ਕਹਿ ਲਈਏ ਕਿ ਕੈਨਵਸ ਉਹ ਹੈ ਪਰ ਉਹਦੇ ਰੰਗ ਜਿਹੜੇ ਨੇ ਉਹ ਕਿਸਾਨ ਬਿਖੇਰਦਾ ਹੈ ਬਹੁਤ ਖੂਬਸੂਰਤ ਤਰੀਕੇ ਦੇ ਨਾਲ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲਗਾਤਾਰ ਸਾਨੂੰ ਇਹ ਸੁਜੈਸਟ ਕਰ ਰਹੀਆਂ ਨੇ, ਇਹ ਦਿਖਾ ਰਹੀਆਂ ਨੇ ਕਿ ਸਰਕਾਰ ਜਿਹੜੀ ਹੈ ਉਹ ਕਿੱਦਾਂ ਥੱਲੇ ਡਿੱਗ ਸਕਦੀ ਹੈ, ਕਿਵੇਂ ਉਹ ਕਿਸੇ ਤਰੀਕੇ ਦੇ ਨਾਲ ਖਿਲੌਣੇ ਕੰਮ ਕਰ ਸਕਦੀ ਹੈ। ਕਿਸਾਨ ਜਥੇਬੰਦੀਆਂ ਲਗਾਤਾਰ ਅਰੜੇ ਸਟੜੇ ਕਰੜੇ ਹੋ ਕੇ ਇਹ ਸਭ ਨੂੰ ਰਹੀਆਂ ਨੇ। ਦੂਸਰੇ ਬੰਨੇ ਜੇ ਅਸੀਂ ਰਾਕੇਸ਼ ਟਕੈਤ ਦੀ ਅੱਜ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਅਸੀਂ 2 ਅਕਤੂਬਰ ਦਾ ਅਲਟੀਮੇਟਮ ਦਿੰਦੇ ਹਾਂ ਸਰਕਾਰ ਨੂੰ। ਬਹੁਤ ਵੱਡਾ ਟਾਈਮ ਹੈ 2 ਅਕਤੂਬਰ ਦੀ ਗੱਲ ਕਰੀਏ, ਅਜੇ ਅਸੀਂ ਦੂਸਰੇ ਮਹੀਨੇ ਦੇ ਵਿੱਚ ਹਾਂ। ਅੱਜ ਦੂਸਰੇ ਮਹੀਨੇ ਦੀ 7 ਤਰੀਕ ਹੋ ਰਹੀ ਹੈ ਔਰ ਅਕਤੂਬਰ ਸਾਡੇ ਕੋਲੇ ਹਲੇ ਬਹੁਤ ਦੂਰ ਹੈ। ਸਰਕਾਰਾਂ ਦੇ ਕੋਲ ਵੀ ਬਹੁਤ ਵੱਡਾ ਸਮਾਂ ਹੈ। ਜੇ ਸਰਕਾਰ ਚਾਹੇ ਤੇ ਆਪਣੀ ਮਨਸ਼ਾ ਮੁਤਾਬਕ ਆਪਣੀ ਸਟ੍ਰੈਟਜੀ ਬਣਾ ਕੇ ਇੱਕ ਵਾਰ ਫਿਰ ਤੋਂ ਗੱਲਬਾਤ ਦੇ ਮੇਜ਼ ਉੱਤੇ ਆ ਸਕਦੀ ਹੈ। ਪਰ ਕਿਸਾਨ ਜਥੇਬੰਦੀਆਂ ਨੇ ਇਹ ਕਹਿ ਦਿੱਤਾ ਕਿ ਹੁਣ ਤੋਮਰ ਸ਼ੋਮਰ ਦੇ ਨਾਲ ਗੱਲਬਾਤ ਨਹੀਂ ਹੋਣੀ। ਇਹ ਕਿਉਂ ਨਹੀਂ ਹੋਣੀ, ਇਹਦੇ ਵਿੱਚ ਵੀ ਬਹੁਤ ਵੱਡਾ ਕਾਰਨ ਹੈ। 11 ਗੇਟ ਦੀ ਮੀਟਿੰਗ ਹੋਵੇ ਔਰ 11 ਗੇਟ ਦੀਆਂ ਮੀਟਿੰਗਾਂ ਦੇ ਵਿੱਚੋਂ ਕੁਝ ਨਾ ਨਿਕਲੇ। ਉਹ ਇੱਕ ਤਰੀਕੇ ਦੇ ਨਾਲ ਕਿ ਜਦੋਂ ਅਸੀਂ ਮੁੰਡਾ ਕੁੜੀ ਦਾ ਵਿਆਹ ਰੱਖ ਲਈਏ ਨਾ ਤਾਂ ਪਹਿਲਾਂ ਅਸੀਂ ਵਿਚੋਲਿਆਂ ਨੂੰ ਕਹਿੰਦੇ ਹਾਂ ਕਿ ਸਾਨੂੰ ਫੋਟੋ ਪਾ ਦਿਓ। ਫੋਟੋ ਤੋਂ ਬਾਅਦ ਅਸੀਂ ਵਿਚੋਲੇ ਨੂੰ ਕਹਿੰਦੇ ਹਾਂ ਜਾਂ ਫਿਰ ਆਪਣੇ ਵਾਲੇ ਨੂੰ ਕਹਿੰਦੇ ਹਾਂ ਵੀ ਜਦ ਤੂੰ ਦੇਖ ਕੇ ਆ ਕੁੜੀ ਸੋਹਣੀ ਹੈ
ਉਹ ਫਿਰ ਆਉਂਦਾ ਹੈ ਤੇ ਕੁੜੀ ਦੇਖ ਕੇ ਦੱਸਦਾ ਕਿ ਕੁੜੀ ਇੱਦਾਂ ਇੱਦਾਂ ਦੀ ਹੈ। ਫਿਰ ਕੋਈ ਲਾਗਿਓਂ ਨੇੜਿਓਂ ਛੇੜਿਓਂ ਭੂਆ ਜਿਹੜੀ ਹੈ ਉਹਨੂੰ ਭੇਜਿਆ ਜਾਂਦਾ ਵੀ ਤੂੰ ਵੀ ਦੇਖ, ਜੇ ਤੇਰੇ ਪਸੰਦ ਹੋਊਗੀ ਤੇ ਫੇਰ ਜਾਣੇ, ਕਿਉਂਕਿ ਮੂੰਹ ਤੇ ਨਾ ਕਰਨੀ ਬਹੁਤ ਔਖੀ ਹੁੰਦੀ ਹੈ। ਇਹ ਇੱਦਾਂ ਲੱਗ ਰਿਹਾ ਹੈ ਕਿ ਸ਼ਾਇਦ ਨਰਿੰਦਰ ਸਿੰਘ ਤੋਮਰ ਜਿਹੜੇ ਨੇ ਉਹ ਕਿਤੇ ਨਾ ਕਿਤੇ ਉਹ ਵਿਚੋਲਾ ਹੀ ਹੈ, ਤੇ ਜਿਹਦਾ ਰਿਸ਼ਤਾ ਹੋਣਾ ਹੈ, ਜਿੰਨੇ ਕੋਲ ਡਿਸੀਜ਼ਨ ਲੈਣਾ ਆ, ਉਹ ਤੇ ਕੁਝ ਹੋਰ ਹੀ ਹੈ। ਔਰ ਉਹਨੂੰ ਲਗਾਤਾਰ ਜਾ ਕੇ ਉਹ ਸਟੇਟਮੈਂਟਸ ਦੇ ਰਹੇ ਨੇ, ਔਰ ਉਸ ਤੋਂ ਬਾਅਦ ਗੱਲਬਾਤ ਜਿਹੜੀ ਆ ਫਿਰ ਹੁੰਦੀ ਹੈ ਤੇ ਪਰ ਕੋਈ ਗੱਲ ਨਹੀਂ ਪੜਦੀ। ਇਸੇ ਲਈ ਸੰਯੁਕਤ ਮੋਰਚੇ ਨੇ ਕਹਿ ਦਿੱਤਾ ਕਿ ਹੁਣ ਨਰਿੰਦਰ ਸਿੰਘ ਤੋਮਰ ਯਾਨੀ ਵਿਚੋਲੇ ਦੇ ਨਾਲ ਗੱਲ ਨਹੀਂ ਹੋਣੀ ਹੈਗੀ, ਹੁਣ ਗੱਲ ਹੋਗੀ ਡਿਸੀਜ਼ਨ ਮੇਕਰ ਦੇ ਨਾਲ, ਜਿਹਨੂੰ ਅਸੀਂ ਕਿੰਗ ਮੇਕਰ ਕਹਿੰਦੇ ਆ, ਅਮਿਤ ਸ਼ਾਹ ਦੇ ਨਾਲ, ਤੇ ਦੂਸਰੇ ਬੰਨੇ ਸਾਡੇ ਕਿੰਗ ਜਿਹੜੇ ਆਪਣੇ ਆਪ ਨੂੰ ਪ੍ਰਧਾਨ ਸੇਵਕ ਕਹਿੰਦੇ ਨੇ, ਨਰਿੰਦਰ ਮੋਦੀ, ਉਹਨਾਂ ਦੇ ਨਾਲ ਗੱਲ ਹੋਏਗੀ। ਹੁਣ ਗੱਲ ਕਦੋਂ ਹੋਏਗੀ, ਉਹ ਫੋਨ ਨੰਬਰ ਵੀ ਨਹੀਂ ਲੱਭ ਰਿਹਾ, ਜਿਹਦੇ ਉੱਤੇ ਲਗਾਤਾਰ ਉਹ ਕਹਿ ਰਹੇ ਨੇ ਕਿ ਅਸੀਂ ਤਾਂ ਜਿਹੜਾ ਹੈ ਖੁੱਲ੍ਹੇ ਮਨ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਜਦੋਂ ਖੁੱਲ੍ਹੇ ਮਨ ਦੀ ਗੱਲ ਆਉਂਦੀ ਹੈ ਤੇ ਇਹਨਾਂ ਦਾ ਹੀ ਮੰਤਰੀ ਨਰਿੰਦਰ ਸਿੰਘ ਤੋਮਰ ਕਹਿੰਦਾ ਆ, ਇਹਦਾ ਮਤਲਬ ਇਹ ਨਹੀਂ ਕਿ ਖੇਤੀ ਕਾਨੂੰਨਾਂ ਦੇ ਵਿੱਚ ਕੁਝ ਗਲਤ ਹੈ, ਅਸੀਂ ਇਸ ਲਈ ਸੋਧਾਂ ਲਈ ਤਿਆਰ ਹਾਂ। ਅਸੀਂ ਸੋਧਾਂ ਲਈ ਤਿਆਰ ਹਾਂ ਕਿਉਂਕਿ ਅਸੀਂ ਜਿਹੜਾ ਹੈ ਸਰਕਾਰ ਜਿਹੜੀ ਹੈ ਉਹ ਖੂਨ ਦੀ ਖੇਤੀ ਨਹੀਂ ਕਰਦੀ ਜਿਵੇਂ ਕਾਂਗਰਸ ਕਰਦੀ ਹੈ। ਤੁਸੀਂ ਐਡੇ ਖੂਨ ਵਹਾ ਦਿੱਤੇ, ਬਹੁਤ ਸਾਰੇ ਨੌਜਵਾਨ ਜਿਹੜੇ ਉਸ ਸੰਘਰਸ਼ ਦੇ ਵਿੱਚ ਗਏ ਸੀ ਉਹ ਮੁੜ ਕੇ ਆਪਣੇ ਘਰੇ ਨਹੀਂ ਆਉਣੇ, ਬਹੁਤ ਸਾਰਿਆਂ ਨੇ ਖੁਦਕੁਸ਼ੀਆਂ ਕਰ ਲਈਆਂ। ਤੁਸੀਂ ਤਾਂ ਉਹ ਜਿਹੜੇ ਸ਼ਾਇਦ ਖੂਨ ਦੀ ਨਦੀ ਨਹੀਂ, ਤੁਸੀਂ ਤਾਂ ਸ਼ਾਇਦ ਇਹ ਕਹਿ ਲਓ ਕਿ ਕਿਸਾਨਾਂ ਦੀ ਖੇਤੀ ਕਰ ਰਹੇ ਹੋ, ਕਿਸਾਨਾਂ ਨੂੰ ਮਾਰ ਰਹੇ ਹੋ। ਕਿਸਾਨਾਂ ਦੇ ਨਾਲ ਤੁਸੀਂ ਕਿਸਾਨਾਂ ਨੂੰ ਸਿਰਫ ਤੇ ਸਿਰਫ ਇਹ ਸਮਝਿਆ ਹੋਇਆ ਹੈ ਕਿ ਇਹ ਕਠਪੁਤਲੀਆਂ ਨੇ। ਇਹਦਾ ਅੰਦਾਜ਼ਾ ਇਸ ਗੱਲੋਂ ਲਗਾਇਆ ਜਾ ਸਕਦਾ ਹੈ ਕਿ ਇੰਨੇ ਲੋਕ ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚ ਨੇ, ਦਿੱਲੀ ਪੁਲਿਸ ਦੀਆਂ ਜੇਲ੍ਹਾਂ ਦੇ ਵਿੱਚ ਨੇ, ਪਰ ਉਹਨਾਂ ਦਾ ਜਿਹੜਾ ਇੱਕ ਨਾਮੋ ਨਿਸ਼ਾਨ ਜਿਹੜਾ ਹੈ ਉਹ ਸਾਨੂੰ ਮਿਲਣਾ ਹੀ ਨਹੀਂ ਸੀ ਜੇ ਅਸੀਂ ਜਿਹੜਾ ਹੈ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਅੱਗੇ ਸਾਹਮਣੇ ਨਾ ਆਉਂਦੇ। ਜਦੋਂ ਖਬਰ ਫੈਲਦੀ ਹੈ, ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਉਸ ਯੁੱਗ ਦੇ ਵਿੱਚ ਰਹਿੰਦੇ ਹਾਂ ਜਿਹੜਾ ਇਨਫੋਰਮੇਸ਼ਨ ਦੇ ਨਾਲ ਭਰਪੂਰ ਯੁੱਗ ਹੈ, ਤਾਂ ਉਹਦੇ ਵਿੱਚ ਇੰਟਰਨੈਟ ਜਿਹੜਾ ਹੈ ਸਭ ਤੋਂ ਵੱਡੀ ਅਹਿਮ ਭੂਮਿਕਾ ਨਿਭਾਉਂਦਾ ਹੈ। ਸੋ ਇੰਟਰਨੈਟ ਨੇ ਇੱਕ ਬਹੁਤ ਵੱਡੀ ਅਹਿਮ ਭੂਮਿਕਾ ਨਿਭਾਈ। ਰੌਲਾ ਪਾਇਆ ਗਿਆ ਵੀ ਇੰਨੇ ਲੋਕ ਜਿਹੜੇ ਨੇ ਉਹ ਲਾਪਤਾ ਨੇ। ਫਿਰ ਮਨੁੱਖੀ ਅਧਿਕਾਰੀ ਜਿਹੜੇ ਕਾਰਕੁਨ ਨੇ ਉਹ ਸਾਹਮਣੇ ਆਉਂਦੇ ਨੇ ਤੇ ਫਿਰ ਬਹੁਤ ਸਾਰੇ ਲੋਕਾਂ ਦਾ ਪਤਾ ਲੱਗ ਜਾਂਦਾ ਹੈ। ਇਹਨਾਂ ਵਿੱਚੋਂ ਬਤਾਤਾਂ ਦਾ ਤਾਂ ਹੱਲੇ ਵੀ ਇੱਦਾਂ ਦੇ ਪਰਚੇ ਪਾਏ ਹੋਏ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਯਾਰ ਸਰਕਾਰ ਜਿਹੜੀ ਹੈ ਉਹ ਕਿਤੇ ਨਾ ਕਿਤੇ ਕੁਝ ਹੋਰ ਬਣਾ ਕੇ ਬੈਠੀ ਹੋਈ ਹੈ। ਇੱਕ ਤਰੀਕੇ ਨਾਲ ਇਹ ਇੱਕ ਸੰਘੀ ਸਰਕਾਰ ਨਹੀਂ ਹੁੰਦੀ, ਇਸ ਲਈ ਮੈਂ ਕਹਿੰਦਾ ਹਾਂ ਕਿ ਇਹ ਅਨਡਿਕਲੇਅਰ ਐਮਰਜੈਂਸੀ ਹੈ ਔਰ ਅਸੀਂ ਅਨਡਿਕਲੇਅਰ ਐਮਰਜੈਂਸੀ ਦੇ ਅੰਡਰ ਰਹਿ ਰਹੇ ਹਾਂ। ਹੁਣ ਮੈਂ ਟਵਿੱਟਰ ਦੀ ਗੱਲ ਕਰਦਾ ਤੇ ਟਵਿੱਟਰ ਦੇ ਵਿੱਚ ਜਿਹੜਾ ਲੇਟੈਸਟ ਜਿਹੜੀ ਆਪਾਂ ਗੱਲ ਕਰੀਏ ਉਹ ਹੈ ਮੀਨਾ ਹੈਰਿਸ ਦੀ। ਮੀਨਾ ਹੈਰਿਸ ਜਿਹੜੀ ਕਿ ਕਮਲਾ ਹੈਰਿਸ ਦੀ ਭਤੀਜੀ ਹੈ, ਉਹ ਲਗਾਤਾਰ ਸਪੋਰਟ ਦੇ ਵਿੱਚ ਨਜ਼ਰ ਆ ਰਹੀ ਹੈ, ਲਗਾਤਾਰ ਗੱਲ ਕਹਿ ਰਹੀ ਹੈ। ਔਰ ਅਸੀਂ ਕਹਿੰਦੇ ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹਦੇ ਉੱਤੇ ਕੇਸ ਹੋ ਗਿਆ। ਫਿਲਹਾਲ ਉਹ ਕਹਿੰਦੀ ਆ ਕਿ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਅਤੇ ਵਕੀਲ ਤੇ ਲੇਖਿਕਾ ਮੀਨਾ ਹੈਰਿਸ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਲਈ ਕੀਤੀ ਗਈ ਉਸ ਦੀ ਆਲੋਚਨਾ ਦੀ ਪਰਵਾਹ ਨਹੀਂ ਕਰਦੀ। ਇਸ ਦੇ ਨਾਲ ਹੀ ਮੀਨਾ ਨੇ ਕਿਹਾ ਕਿ ਉਹ ਸੰਘਰਸ਼ ਦੀ ਹਮਾਇਤ ਕਰਦੀ ਰਹੇਗੀ। ਉਸਨੇ ਰੋਸ ਮੁਜ਼ਾਹਰਿਆਂ ਦੇ ਹੱਕ ਵਿੱਚ ਕਈ ਟਵੀਟ ਸ਼ੇਅਰ ਕੀਤੇ ਤੇ ਬਹੁਤ ਸਾਰੀਆਂ ਗੱਲਾਂ ਉਹ ਅੱਗੇ ਵੀ ਲਿਖਦੀ ਰਹੇਗੀ। ਜਿਹੜੇ ਸੱਚ ਬੋਲਦੇ ਨੇ ਉਹ ਕਦੇ ਡਰਦੇ ਨਹੀਂ, ਚਾਹੇ ਉਹ ਗ੍ਰੇਟਾ ਥਨਬਰਗ ਹੋਵੇ, ਚਾਹੇ ਰਿਹਾਨਾ ਹੋਵੇ ਤੇ ਚਾਹੇ ਮੀਨਾ ਹੈਰਿਸ ਹੋਵੇ। ਇਹ ਸਰਕਾਰ ਦੀ ਭੁੱਲ ਹੈ ਕਿ ਸ਼ਾਇਦ ਅਸੀਂ ਡਰਾ ਸਕਾਂਗੇ। ਇਹ ਇਨਫੋਰਮੇਸ਼ਨ ਦਾ ਯੁੱਗ ਹੈ ਤੇ ਇਹ ਸੂਚਨਾ ਜਿਹੜੀ ਹੈ ਉਹ ਲਗਾਤਾਰ ਸਾਡੇ ਤੱਕ ਪਹੁੰਚਦੀ ਰਹਿੰਦੀ ਹੈ, ਸਾਨੂੰ ਦੱਸਦੀ ਰਹਿੰਦੀ ਹੈ ਕਿ ਕਿਹੜੀ ਚੀਜ਼ ਚੰਗੀ ਹੈ ਤੇ ਕਿਹੜੀ ਬੁਰੀ ਹੈ। ਜੇ ਮੈਂ ਟਵਿੱਟਰ ਦੀ ਗੱਲ ਕਰਾਂ ਤੇ ਪਹਿਲਾਂ ਇਹਨਾਂ ਨੇ ਇਹ 250 ਅਕਾਊਂਟ ਬੰਦ ਕਰ ਦਿੱਤੇ ਸੀ। ਫਿਰ ਉਸ ਤੋਂ ਬਾਅਦ ਇਹਨਾਂ 250 ਅਕਾਊਂਟਾਂ ਦੀ ਸਮੀਖਿਆ ਕੀਤੀ ਗਈ ਤੇ ਪਤਾ ਚੱਲਿਆ ਕਿ ਇਹਨਾਂ ਦੇ ਵਿੱਚ ਕੁਝ ਵੀ ਇੱਦਾਂ ਦਾ ਨਹੀਂ ਸੀ ਜਿਹੜਾ ਸਰਕਾਰ ਕਹਿੰਦੀ ਹੈ ਕਿ ਭੜਕਾਉਣ ਵਾਲਾ ਸੀ। ਫਿਰ ਉਸ ਤੋਂ ਬਾਅਦ ਫਿਰ ਇਹ 250 ਅਕਾਊਂਟ ਬਹਾਲ ਕੀਤੇ। ਇਹਦੇ ਉੱਤੇ ਜਿਹੜਾ ਹੈ ਇਹ ਢੁਕਵੇਂ ਨਹੀਂ ਹਨ, ਇਹ ਜਿਹੜੀ ਗੱਲ ਹੈ ਸਰਕਾਰ ਕਹਿੰਦੀ ਰਹੀ ਹੈ। ਪਰ ਜਦੋਂ ਫਿਰ ਇਹ ਗੱਲ ਕਹਿ ਲਈਏ ਕਿ ਜਦੋਂ ਟਵਿੱਟਰ ਨੇ ਇਹ ਗੱਲ ਮੰਨੀ ਨਹੀਂ ਤੇ ਭਾਰਤ ਦੇ ਜਿਹੜੇ ਤਕਨੀਕੀ ਮੰਤਰੀ ਨੇ ਕੰਪਨੀ ਨੂੰ ਕਾਨੂੰਨੀ ਸਿੱਟੇ ਭੁਗਤਣ ਤੇ ਜੁਰਮਾਨਾ ਜਿਹੜਾ ਹੈ ਉਹ ਦੇਣ ਦੇ ਲਈ ਕਿਹਾ ਕਿ ਤੁਹਾਨੂੰ ਇਹ ਸਭ ਕੁਝ ਲੱਗ ਸਕਦਾ ਹੈ। ਹੁਣ ਇਹ ਡੈਮੋਕ੍ਰੇਸੀ ਹੈ ਜਿੱਥੇ ਇੱਕ ਸਰਕਾਰ ਜਿਹੜੀ ਹੈ ਉਹ ਇੱਕ ਛੋਟੇ ਜਿਹੇ ਟਵਿੱਟਰ ਤੋਂ ਹਿਲ ਜਾਵੇ ਤੇ ਉਹਨੂੰ ਲੱਗੇ ਕਿ ਇਹ ਟਵਿੱਟਰ ਜਿਹੜਾ ਹੈ ਸਾਡੇ ਲਈ ਬਹੁਤ ਵੱਡਾ ਖਤਰਾ ਹੈ ਤੇ ਟਵਿੱਟਰ ਨੂੰ ਨੱਥ ਪਾਉਣ ਦੇ ਲਈ ਲਗਾਤਾਰ ਕਹੇ ਕਿ ਤੁਸੀਂ ਆਪਣਾ ਪੜ੍ਹਿਆ ਵਿਚਾਰ ਲਓ ਜੇ ਤੁਸੀਂ ਸਾਡੇ ਹੱਕ ਵਿੱਚ ਭੁਗਤੇ ਨਾ। ਇਸ ਲਈ ਮੈਂ ਕਹਿ ਰਿਹਾ ਕਿ ਅਨਡਿਕਲੇਅਰ ਐਮਰਜੈਂਸੀ ਹੈ। ਵੈਲ ਸੋਚਿਓ ਤੇ ਇਸ ਮੁੱਦੇ ਦੀਆਂ ਗੱਲਾਂ ਦੇ ਉੱਤੇ ਆਪਣਾ ਵਿਚਾਰ ਜਿਹੜਾ ਮੇਰੇ ਨਾਲ ਸਾਂਝਾ ਕਰਿਓ। ਤੁਸੀਂ ਆਪਣੇ ਜਿਹੜੇ ਵਿਚਾਰ ਮੇਰੇ ਨਾਲ ਸਾਂਝੇ ਕਰ ਸਕਦੇ ਹੋ ਪੰਜਾਬ ਮੇਲ USA TV ਦੇ YouTube ਚੈਨਲ ਦੇ ਉੱਤੇ ਕਮੈਂਟ ਬਾਕਸ 'ਚ ਜਾ ਕੇ ਆਪਣਾ ਕਮੈਂਟ ਛੱਡ ਸਕਦੇ ਹੋ। ਔਰ ਜੇ ਤੁਹਾਨੂੰ ਲੱਗਦਾ ਹੈ ਕਿ ਸੱਚੀ ਜਿਹੜੀ ਹੈ ਗੱਲ ਕਿਤੇ ਹੋਰ ਨਿਬੜ ਰਹੀ ਹੈ ਤੇ ਉਹਦੇ ਬਾਰੇ ਦੱਸਿਓ। ਹੋਰ ਵੀ ਜਿਹੜੇ ਕਿਸੇ ਮੁੱਦੇ 'ਤੇ ਤੁਸੀਂ ਚਰਚਾ ਚਾਹੁੰਦੇ ਹੋ ਅਸੀਂ ਕਰਾਂਗੇ। ਫਿਲਹਾਲ ਦੇਖਦੇ ਰਹੋ ਪੰਜਾਬ ਮੇਲ USA TV। ਤੁਹਾਡਾ ਬਹੁਤ ਬਹੁਤ ਧੰਨਵਾਦ।